ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕੇਂਦਰੀ ਬਜਟ ਵਿੱਚੋਂ ਪੰਜਾਬ ਆਊਟ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ। ਚਰਨਜੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਵਿੱਤ ਵਰੇ ਸਾਲ 2023-24 ਦਾ ਜਿਹੜਾ ਕੇਂਦਰੀ ਬਜਟ ਹੈ ਉਹ ਪੇਸ਼ ਕੀਤਾ ਗਿਆ ਹੈ। ਜੇ ਗੱਲ ਕਰੀਏ ਤਾਂ ਅਗਲੇ ਸਾਲ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਅਤੇ ਉਸ ਤੋਂ 1 ਸਾਲ ਪਹਿਲਾਂ ਇਹ ਬਜਟ ਪੇਸ਼ ਕੀਤਾ ਗਿਆ, ਜਿਸ ਦੀ ਕਿ ਭਾਜਪਾ ਵੱਲੋਂ ਦੇਸ਼ ਭਰ ਦੇ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ, ਤਾਂ ਉੱਥੇ ਹੀ ਵਿਰੋਧੀ ਧਿਰਾਂ ਵੱਲੋਂ ਕੇਂਦਰ ਸਰਕਾਰ ਨੂੰ ਘੇਰਿਆ ਜਾ ਰਿਹਾ, ਨਿਸ਼ਾਨੇ 'ਤੇ ਲਿਆ ਜਾ ਰਿਹਾ। ਅਸੀਂ ਜਾਣਨਾ ਚਾਹਾਂਗੇ ਕਿ ਜੇ ਇਸ ਬਜਟ ਨੂੰ ਤੁਸੀਂ ਦੇਖਦੇ ਹੋ ਤਾਂ ਤੁਹਾਨੂੰ ਕੀ ਲੱਗਦਾ ਬਜਟ ਵਿੱਚ ਕੀ ਕੁਝ ਕੇਂਦਰ ਸਰਕਾਰ ਵੱਲੋਂ ਅਨਾਊਂਸ ਕੀਤਾ ਗਿਆ ਅਤੇ ਇਹ ਬਜਟ ਕਿਹੋ ਜਿਹਾ? ਦੇਖੋ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਆਪਣਾ ਜਿਹੜਾ ਬਜਟ ਹੈ ਉਹ ਪੇਸ਼ ਕੀਤਾ ਜੀ। ਔਰ ਇਹ ਬਜਟ ਤੋਂ ਲੱਗਦਾ ਹੈਗਾ ਕਿ ਭਾਜਪਾ ਨੇ ਇੱਕ ਤਰੀਕੇ ਨਾਲ ਜਿਹੜੀਆਂ ਅਗਲੀਆਂ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ ਜੀ, ਉਹਦੀ ਤਿਆਰੀ ਹੈ ਜਿਹੜੀ ਉਹ ਵਿੱਢ ਦਿੱਤੀ ਹੈ। ਜਿਹੜੇ ਆਮ ਲੋਕਾਂ ਦੇ ਸਰੋਕਾਰ ਹੈ ਉਹ ਤਾਂ ਸਿਰਫ ਇੱਥੋਂ ਤੱਕ ਸੀਮਿਤ ਹੁੰਦੇ ਹੈ ਕਿ ਸਰਕਾਰ ਨੇ ਕੋਈ ਨਵਾਂ ਭਾਰ ਤਾਂ ਨਹੀਂ ਪਾਇਆ, ਜਾਂ ਸਰਕਾਰ ਨੇ ਕਿਸ ਕਿਸਮ ਦੀਆਂ ਸਾਨੂੰ ਜਿਹੜੀਆਂ ਸੁਗਾਤਾਂ ਨੇ ਜਾਂ ਸਾਡੇ ਰਿਆਇਤਾਂ ਨੇ ਜੀ, ਉਹਨਾਂ 'ਚ ਕਿੰਨਾ ਕੁ ਵਾਧਾ ਕੀਤਾ, ਜਾਂ ਨਵੀਆਂ ਰਿਆਇਤਾਂ ਕਿੰਨੀਆਂ ਕੁ ਐਲਾਨੀਆਂ ਨੇ। ਲੰਬਾ ਚੌੜਾ ਬਜਟ ਹੁੰਦਾ, ਆਪਾਂ ਇਹ ਕਹਿ ਲਈਏ ਕਿ ਕਿਸੇ ਵੀ ਮੁਲਕ ਦਾ ਇੱਕ ਦਰਪਣ ਹੁੰਦਾ ਹੈ ਜੀ, ਕਿਉਂਕਿ ਇੱਕ ਬਜਟ ਹੀ ਹੈ ਜਿਸ ਤੋਂ ਸਾਡੇ ਹਕੂਮਤ ਦੀ, ਸਾਡੇ ਦੇਸ਼ ਦੇ ਜਿਹੜੇ ਅਗਵਾਈ ਕਰਨ ਵਾਲੇ ਹੈ ਉਹਨਾਂ ਦੀ ਅਪਰੋਚ ਦਾ, ਉਹਨਾਂ ਦੇ ਵਿਜ਼ਨ ਦਾ ਪਤਾ ਲੱਗਦਾ ਹੈਗਾ। ਪਰ ਪਿਛਲੇ ਕੁਝ ਅਰਸਿਆਂ ਤੋਂ ਜਿਸ ਕਿਸਮ ਦਾ ਅਸੀਂ ਬਜਟ ਦੇਖ ਰਹੇ ਹਾਂ ਕਿ ਉਹ ਇੱਕ ਅੰਕੜਿਆਂ ਦੀ ਖੇਡ ਤੱਕ ਹੈ ਜਿਹੜਾ ਉਹ ਸਿਮਟ ਕੇ ਰਹਿ ਗਿਆ। ਜੀ, ਜਦੋਂ ਆਪਾਂ ਅੱਜ ਬਜਟ ਜਿਹੜਾ ਪੇਸ਼ ਹੋਇਆ ਉਹ 'ਤੇ ਨਜ਼ਰ ਮਾਰਦੇ ਹਾਂ ਤਾਂ ਮੋਟੇ ਤੌਰ 'ਤੇ ਆਤਿਸ਼ ਇੱਕ ਗੱਲ ਨਜ਼ਰ ਪੈਂਦੀ ਹੈ ਕਿ ਸਾਨੂੰ ਕਿ ਭਾਜਪਾ ਦੀ ਜਿਹੜੀ ਹਕੂਮਤ ਨੇ ਜੀ, ਇਹਦੇ ਵਿੱਚ ਮੁੱਖ ਤੌਰ 'ਤੇ ਜਿਹੜਾ ਮੱਧ ਵਰਗ ਹੈ ਔਰ ਜਿਹੜਾ ਸਮਾਜ ਦਾ ਹੇਠਲਾ ਤਬਕਾ ਹੈ ਉਹਨੂੰ ਫੋਕਸ ਕੀਤਾ ਹੈ। ਜੀ, ਕਿਉਂਕਿ ਮਿਡਲ ਕਲਾਸ ਹੈ ਜਿਹੜੀ ਉਹ ਕੇਂਦਰੀ ਹਕੂਮਤ ਤੋਂ ਨਾਰਾਜ਼ ਚੱਲ ਰਹੀ ਸੀ, ਤਾਂ ਉਹਨਾਂ ਨੂੰ ਲੱਗਦਾ ਸੀ ਕਿ ਇਸ ਬਾਰੇ, ਕਿਉਂਕਿ ਅਗਲੇ ਬਾਰੇ ਚੋਣਾਂ ਹੋਣੀਆਂ ਨੇ, ਤਾਂ ਘੱਟੋ ਘੱਟ ਮਿਡਲ ਕਲਾਸ ਨੂੰ ਖੁਸ਼ ਕਰਨ ਦਾ ਇੱਕ ਤਰੀਕੇ ਨਾਲ ਯਤਨ ਕੀਤਾ ਗਿਆ। ਜੀ, ਕਿਉਂਕਿ ਬਜਟ ਜਦੋਂ ਨੀਤੀ ਆਯੋਗ ਬਣ ਗਿਆ, ਹੁਣ ਤਾਂ ਜਦੋਂ ਪਲੈਨਿੰਗ ਕਮਿਸ਼ਨ ਹੁੰਦਾ ਸੀਗਾ ਤਾਂ ਉਦੋਂ ਬਜਟ ਦੀ ਰੂਪ ਰੇਖਾ ਹੋਰ ਕਿਸਮ ਦੀ ਹੁੰਦੀ ਸੀ। ਉਦੋਂ ਟੋਟਲੀ ਆਰਥਿਕ ਨਜ਼ਰੀਏ ਤੋਂ ਜਿਹੜੇ ਬਜਟ ਬਣਦੇ ਸੀ, ਇਹ ਠੀਕ ਹੈ ਕਿ ਉਹਨਾਂ 'ਤੇ ਜਿਹੜਾ ਪੋਲੀਟਿਕਸ ਦਾ ਪ੍ਰਭਾਵ ਰਹਿੰਦਾ ਸੀ, ਪਰ ਜਿਹੜੇ ਹੁਣ ਬਜਟ ਤਿਆਰ ਹੁੰਦੇ ਨੇ ਇਹਨਾਂ ਟੋਟਲੀ ਪੋਲੀਟੀਕਲ ਓਰੀਐਂਟਡ ਬਜਟ ਹੈ ਜਿਹੜੇ ਉਹ ਬਣਦੇ ਹੈਗੇ ਨੇ। ਜੀ, ਇਸ ਕਰਕੇ ਜ਼ਿਆਦਾ ਇਹਦੇ ਵਿੱਚ ਇੱਕ ਤਰੀਕੇ ਨਾਲ ਅੰਕੜਿਆਂ ਦੀ ਖੇਡ ਹੈ ਜਿਹੜੀ ਉਹ ਚਲਾਈ ਜਾਂਦੀ ਹੈ, ਤਾਂ ਕਿ ਦੇਸ਼ ਦੇ ਲੋਕਾਂ ਨੂੰ ਇੱਕ ਝੌਲਾ ਹੈ ਜਿਹੜਾ ਉਹ ਪੈਂਦਾ ਰਹੇ ਕਿ ਉਹਨਾਂ ਲਈ ਕੁਝ ਨਵਾਂ ਹੋ ਰਿਹਾ ਹੈ। ਜੀ, ਖਾਸ ਕਰਕੇ ਜਦੋਂ ਸਮੁੱਚਾ ਵਰਲਡ ਇਸ ਵੇਲੇ ਰਿਸੈਸ਼ਨ ਵਿੱਚੋਂ ਦੀ ਲੰਘ ਰਿਹਾ ਹੈ, ਦੁਨੀਆ ਦੇ ਵਿੱਚ 40% ਦੇ ਕਰੀਬ ਕੰਟਰੀਬਿਊਟ ਕਰਨ ਵਾਲਾ ਜਿਹੜਾ ਚਾਈਨਾ ਔਰ ਅਮਰੀਕਾ ਹੈ, ਜੀ, ਉਹ ਮੰਦੀ ਦੀ ਮਾਰ ਚੱਲ ਰਹੇ ਨੇ। ਸਾਡਾ ਖੁਦ ਦਾ ਦੇਸ਼ ਹੈ ਜਿਹੜਾ ਮਹਿੰਗਾਈ ਦੀ ਮਾਰ ਦੇ ਵਿੱਚ ਚੱਲ ਰਿਹਾ ਹੈ। ਬੇਰੁਜ਼ਗਾਰੀ ਦਾ ਇੱਕ ਵੱਡਾ ਮੁੱਦਾ ਉੱਭਰਿਆ, ਖਾਸ ਕਰਕੇ ਜਿਵੇਂ ਭਾਰਤ ਜੋੜੋ ਯਾਤਰਾ ਦੇ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ। ਜੀ, ਹਰ ਬੰਦੇ ਦੀ ਜ਼ਿੰਦਗੀ ਨੂੰ ਉਸਨੇ ਹਿੱਟ ਕੀਤਾ ਹੈਗਾ। ਤਾਂ ਦੇਖਣਾ ਤਾਂ ਇਹ ਹੁੰਦਾ ਕਿ ਪੁਰਾਣੇ ਬਜਟ ਤੋਂ ਲੈ ਕੇ ਨਵੇਂ ਬਜਟ ਦੇ ਵਿੱਚ ਲੋਕਾਂ ਦੇ ਜੀਵਨ ਪੱਧਰ 'ਚ ਕਿੰਨਾ ਕੁ ਸੁਧਾਰ ਹੋਇਆ। ਜੀ, ਪਰ ਜਦੋਂ ਆਪਾਂ ਮਿਡਲ ਕਲਾਸ ਦੀ ਗੱਲ ਕਰਦੇ ਹੈਗੇ ਹਾਂ ਤਾਂ ਉਹਨਾਂ ਨੂੰ ਤਕਰੀਬਨ 8-9 ਵਰਿਆਂ ਬਾਅਦ ਇਸ ਵਾਰ ਪਹਿਲੀ ਦਫਾ ਜਿਹੜੇ ਇਨਕਮ ਟੈਕਸ ਪੇਈ ਨੇ ਜੀ, ਉਹਨਾਂ ਨੂੰ 7 ਲੱਖ ਤੱਕ ਹੈ ਜਿਹੜੀ ਉਹ ਇਨਕਮ ਟੈਕਸ ਤੋਂ ਛੋਟ ਦਿੱਤੀ ਗਈ ਹੈ। ਤਾਂ ਇਹ ਉਹਨਾਂ ਨੂੰ ਇੱਕ ਤਰ੍ਹਾਂ ਦਾ ਖੁਸ਼ ਕਰਨ ਦਾ ਯਤਨ ਕੀਤਾ ਗਿਆ। ਇਸ ਤਰ੍ਹਾਂ ਜਿਹੜਾ ਸਮਾਜ ਦਾ ਹੇਠਲਾ ਤਬਕਾ ਹੈ ਉਹਨਾਂ ਨੂੰ, ਜਿਵੇਂ ਆਪਾਂ ਕਹਿ ਲਈਏ ਕਿ PM ਆਵਾਸ ਯੋਜਨਾ ਹੈ, ਜੀ, ਉਹਦੇ ਵਿੱਚ ਜਿਹੜਾ ਬਜਟ ਹੈ ਉਹਦੇ 'ਚ 66% ਹੈ ਜਿਹੜਾ ਉਹ ਵਾਧਾ ਕੀਤਾ ਗਿਆ, ਕਿਉਂਕਿ ਹਰ ਜਿਹੜਾ ਗਰੀਬ ਹੈ, ਖਾਸ ਕਰਕੇ ਜਿਹੜਾ ਮੱਧ ਇੰਡੀਆ ਹੈਗਾ, ਉੱਥੇ ਤਾਂ ਵੱਡੀ ਸਮੱਸਿਆ, ਸਾਡੇ ਪੰਜਾਬ ਵਿੱਚ ਤਾਂ ਉਸ ਕਿਸਮ ਦੀਆਂ ਜਿਹੜੀਆਂ ਮੁਸ਼ਕਲਾਂ ਨਹੀਂ ਹੈਗੀਆਂ ਨੇ, ਉਹਨਾਂ ਨੂੰ ਫੋਕਸ ਕੀਤਾ ਗਿਆ ਹੈਗਾ। ਇਸ ਤਰ੍ਹਾਂ ਹੀ ਜਿਹੜਾ ਫ੍ਰੀ ਅਨਾਜ ਦਿੱਤਾ ਜਾਂਦਾ ਹੈ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ, ਉਹਦੇ ਲਈ 2 ਲੱਖ ਕਰੋੜ ਰੁਪਇਆ ਜਿਹੜਾ ਉਹਦਾ ਬਜਟ ਹੈ ਰੱਖਿਆ ਗਿਆ, ਜਿਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ 80 ਕਰੋੜ ਦੇ ਕਰੀਬ ਲੋਕਾਂ ਨੂੰ ਕਵਰ ਕੀਤਾ ਜਾਂਦਾ ਹੈ। ਤੇ ਜਦੋਂ ਆਪਾਂ ਕਹਿੰਦੇ ਕਿ ਕਿਹੜੀਆਂ ਚੀਜ਼ਾਂ ਸਸਤੀਆਂ ਹੋਈਆਂ, ਉਹਦੇ ਵਿੱਚ ਸਾਈਕਲ ਵੀ ਆਉਂਦਾ ਹੈਗਾ। ਤਾਂ ਸਾਈਕਲ ਵੀ ਜਿਹੜਾ ਹੇਠਲੇ ਸਮਾਜ ਦੇ ਹੇਠਲੇ ਤਬਕੇ ਨਾਲ ਜੁੜਿਆ ਹੋਇਆ, ਤਾਂ ਮੁੱਖ ਤੌਰ 'ਤੇ ਇਹਨਾਂ ਨੂੰ ਫੋਕਸ ਕੀਤਾ ਗਿਆ ਹੈਗਾ ਮੱਧ ਵਰਗ ਨੂੰ, ਤੇ ਦੂਸਰਾ ਜਿਹੜਾ ਆਪਣਾ ਕਹਿ ਲਈਏ ਕਿ ਹੇਠਲਾ ਡਾਊਨ ਟਰੋਡਨ ਪੀਪਲ ਹੈਗੇ ਉਹਨਾਂ ਨੂੰ ਫੋਕਸ ਕੀਤਾ ਗਿਆ। ਇਹਦੇ ਵਿੱਚ ਆਪਾਂ ਨੂੰ ਕਿਤੇ ਵੀ ਕਿਸੇ ਸਟੇਟ ਲਈ ਜਾਂ ਪਰਟੀਕੂਲਰ ਸੈਕਟਰ ਦੇ ਲਈ ਕਿਸੇ ਕਿਸਮ ਦਾ ਕੋਈ ਜਿਹੜਾ ਸਪੈਸ਼ਲ ਪੈਕੇਜ ਹੈ ਉਹ ਵੀ ਸਾਨੂੰ ਸਮੁੱਚੇ ਬਜਟ ਦੇ ਵਿੱਚ ਕਿਤੇ ਵੀ
ਨਜ਼ਰ ਨਹੀਂ ਪੈ ਰਿਹਾ। ਇਸ ਤਰ੍ਹਾਂ ਜਦੋਂ ਆਪਾਂ ਪੋਲੀਟੀਕਲ ਓਰੀਐਂਟੇਸ਼ਨ ਦੀ ਗੱਲ ਕਰਦੇ ਹੈਗੇ ਆ ਤਾਂ ਇਹਦੇ ਵਿੱਚ ਵੀ ਜਿਹੜਾ ਝੌਲਾ ਸਾਨੂੰ ਸਾਫ਼ ਨਜ਼ਰ ਪੈਂਦਾ ਹੈਗਾ। ਤੁਸੀਂ ਦੇਖਿਆ ਹੋਏਗਾ ਕਿ ਖੇਤੀ ਸੈਕਟਰ ਨੂੰ ਟੋਟਲੀ ਨਜ਼ਰਅੰਦਾਜ਼ ਕੀਤਾ ਗਿਆ ਹੈਗਾ। ਪਰ ਕੀ ਹੋਇਆ ਹੈ ਕਿ ਕਰਨਾਟਕਾ, ਜਿੱਥੇ ਮਈ ਦੇ ਵਿੱਚ ਅੱਗੇ ਇਲੈਕਸ਼ਨ ਹੋਣ ਜਾ ਰਹੀ ਹੈ ਵਿਧਾਨ ਸਭਾ ਦੀਆਂ, ਉਹਨਾਂ ਲਈ ਬਜਟ ਦੇ ਵਿੱਚ 5300 ਕਰੋੜ ਰੁਪਏ ਦੀ ਪ੍ਰੋਵੀਜ਼ਨ ਕੀਤੀ ਗਈ ਹੈ ਕਿ ਉੱਥੇ ਇਰੀਗੇਸ਼ਨ ਦੇ ਐਂਗਲ ਤੋਂ ਤੁਪਕਾ ਸਿੰਚਾਈ ਸਕੀਮ ਦੇ ਲਈ 5300 ਕਰੋੜ ਰੁਪਇਆ ਜਿਹੜਾ ਰੱਖਿਆ ਗਿਆ ਹੈਗਾ। ਇਸ ਤਰ੍ਹਾਂ ਹੀ ਬਜਟ ਦੇ ਵਿੱਚ ਜਿਹੜਾ ਪੂੰਜੀ ਖਰਚਾ ਹੈਗਾ ਉਹਦੇ ਵਿੱਚ 33% ਹੈ ਜਿਹੜਾ ਉਹ ਵਾਧਾ ਕੀਤਾ ਗਿਆ। ਇਹਦੇ ਨਾਲ ਕੀ ਹੋਏਗਾ ਕਿ ਇਨਫਰਾਸਟ੍ਰਕਚਰ ਵਧਣ ਦਾ ਤੇ ਇੰਪਲੋਇਮੈਂਟ ਜਨਰੇਸ਼ਨ ਦੀ ਜਿਹੜੀ ਗੱਲ ਹੈ ਉਹ ਵੀ ਸਾਡੇ ਸਾਹਮਣੇ ਆਏਗੀ, ਕਿਉਂਕਿ ਸਾਰੀਆਂ ਚੀਜ਼ਾਂ ਇਹ ਅਨੁਮਾਨਿਤ ਹੁੰਦੀਆਂ ਨੇ ਜੀ। ਮੋਟੇ ਤੌਰ ਤੇ ਮਹਿੰਗਾਈ ਨੂੰ ਕਵਰ ਕਰਨ ਦੇ ਲਈ ਜਿਵੇਂ ਆਪਾਂ ਕਹਿੰਦੇ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਉਹ ਵੱਧਦੀਆਂ ਰਹਿੰਦੀਆਂ ਨੇ, ਜਾਂ ਲੋਕ ਕਹਿੰਦੇ ਕਿ ਨਵਾਂ ਟੈਕਸ ਨਹੀਂ ਹੈ, ਸਰਕਾਰਾਂ ਇਹ ਕਲੇਮ ਕਰਦੀਆਂ ਕਿ ਅਸੀਂ ਕਿਹੜਾ ਬਜਟ ਦੇ ਵਿੱਚ ਕੋਈ ਨਵਾਂ ਬੋਝ ਪਾਇਆ ਜਾਂ ਟੈਕਸ ਲਾਇਆ, ਪਰ ਹੁੰਦਾ ਕੀ ਹੈ ਕਿ ਹੁਣ ਬਜਟ ਦੇ ਵਿੱਚ ਤਾਂ ਲੋੜ ਹੀ ਨਹੀਂ ਪੈਂਦੀ। ਬਿਲਕੁਲ, ਸਰਕਾਰਾਂ ਟਾਈਮ ਟੂ ਟਾਈਮ ਵੈਸੇ ਜਿਵੇਂ ਤੇਲ ਦੀਆਂ ਕੀਮਤਾਂ ਨੇ ਸਾਲ ਦੇ ਵਿੱਚ ਕਿੰਨੇ ਵਾਰੀ ਵੱਧ ਜਾਂਦੀਆਂ ਨੇ, ਇਸ ਤਰ੍ਹਾਂ ਗੈਸ ਦੀਆਂ ਕੀਮਤਾਂ ਨੇ ਉਹਨਾਂ ਦੇ ਵਿੱਚ ਵਾਧਾ ਕਰ ਦਿੱਤਾ ਜਾਂਦਾ ਹੈ। ਨਿਰਮਲਾ ਸੀਤਾਰਮਨ ਨੇ ਇਹ ਤੋਂ ਇਲਾਵਾ ਜਿਹੜਾ ਮੁੱਖ ਦੇਖਣਾ ਹੋਵੇ, ਧੁਰਾ ਦੇਖਣਾ ਹੋਵੇ ਤਾਂ ਇਨਫਰਾਸਟ੍ਰਕਚਰ ਤੇ ਜ਼ਿਆਦਾ ਜ਼ੋਰ ਦਿੱਤਾ ਗਿਆ। ਜਿਸ ਤਰ੍ਹਾਂ ਪਹਿਲਾਂ ਰੂਰਲ ਇਨਫਰਾਸਟ੍ਰਕਚਰ ਫੰਡ ਬਣਿਆ ਸੀ, ਹੁਣ ਅਰਬਨ ਇਨਫਰਾਸਟ੍ਰਕਚਰ ਫੰਡ ਵੀ ਹੈ ਜਿਹੜਾ ਉਹ ਕ੍ਰੀਏਟ ਕੀਤਾ ਗਿਆ। ਜਿਵੇਂ ਆਪਾਂ ਕਹਿ ਦਈਏ ਕਿ ਏਅਰਪੋਰਟ ਬਣਾਉਣ ਦੀ ਗੱਲ ਕੀਤੀ ਗਈ ਹੈ, ਇਸ ਤਰ੍ਹਾਂ 100 ਹੋਰ ਪ੍ਰੋਜੈਕਟ ਇਸ ਕਿਸਮ ਦੇ ਜਿਹੜੇ ਐਲਾਨੇ ਗਏ ਹੈਗੇ ਨੇ। ਜੇ ਆਪਾਂ ਗੱਲ ਕਰੀਏ ਐਜੂਕੇਸ਼ਨ ਦੀ, ਐਜੂਕੇਸ਼ਨ ਤੇ ਹੈਲਥ ਨੂੰ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਹੈ ਉਹਦਾ ਇੱਕ ਫਲੈਗਸ਼ਿਪ ਪ੍ਰੋਗਰਾਮ ਹੈਗਾ, ਤਾਂ ਜਿਹੜੇ ਇਹਨਾਂ ਨੇ ਟੋਟਲ ਬਜਟ ਦੇ ਵਿੱਚ 7 ਪਿਲਰ ਇਸ ਕਿਸਮ ਦੇ ਜਿਹਨਾਂ ਨੂੰ ਕਹਿੰਦੇ ਪ੍ਰਾਇਓਰਟੀ ਸੈਕਟਰ ਹੈ ਜਿਹੜੇ ਉਹ ਖੜੇ ਤਾਂ ਕੀਤੇ ਹੈਗੇ ਨੇ, ਪਰ ਉਹਨਾਂ ਲਈ ਬਜਟ ਦੀਆਂ ਉਹਨਾਂ ਦਾ ਵਿਸਤਾਰ ਹੈ ਉਸ ਕਿਸਮ ਦਾ ਜਿਹੜਾ ਨਹੀਂ ਦਿੱਤਾ ਗਿਆ, ਜਿਹਦੇ ਵਿੱਚ ਐਜੂਕੇਸ਼ਨ ਨੂੰ ਵੀ ਰੱਖਿਆ ਗਿਆ ਹੈਗਾ ਤੇ ਜਿਹਦੇ ਵਿੱਚ ਹੈਲਥ ਨੂੰ ਵੀ ਰੱਖਿਆ ਗਿਆ। ਐਜੂਕੇਸ਼ਨ ਦੇ ਵਿੱਚ ਤਾਂ ਮੋਟੇ ਤੌਰ ਤੇ ਇਹ ਕਹਿ ਕੇ ਜਿਹੜੀਆਂ ਡਿਸਟ੍ਰਿਕਟ ਡਾਈਟਸ ਆਉਂਦੀਆਂ ਹੈਗੀਆਂ ਨੇ, ਸਿਖਲਾਈ ਕੇਂਦਰ ਹੈਗੇ ਨੇ, ਉਹਦੇ ਵਿੱਚ 38000 ਟੀਚਰਾਂ ਨੂੰ ਭਰਤੀ ਕਰਨ ਦੀ ਜਿਹੜੀ ਗੱਲ ਹੈ ਉਹ ਕਹੀ ਗਈ ਹੈ। ਮੋਟੇ ਤੌਰ ਤੇ ਜਿਹੜਾ ਇਸ ਕਿਸਮ ਦਾ ਜਿਹੜਾ ਸਾਨੂੰ ਨਜ਼ਰ ਪੈ ਰਿਹਾ ਹੈ, ਕੁਛ ਸੀਨੀਅਰ ਸਿਟੀਜ਼ਨ ਲਈ ਵੀ ਐਲਾਨੇ ਗਏ ਨੇ, ਐਲਾਨ ਕੀਤੇ ਗਏ ਨੇ, ਪਰ ਇਸ ਕਿਸਮ ਦਾ ਜਿਹੜਾ ਬਜਟ ਹੈਗਾ ਉਹਦੇ ਵਿੱਚ ਕਿਸੇ ਨੂੰ ਕੋਈ ਬਹੁਤ ਵੱਡੀ ਰਿਆਇਤ ਦਿੱਤੀ ਹੋਵੇ ਜਾਂ ਆਪਾਂ ਕਹਿ ਦਈਏ ਕਿ ਉਹ ਸਮੱਸਿਆਵਾਂ ਦੀ ਜੜ ਨੂੰ ਫੜਨ ਵਾਲਾ ਹੋਵੇ, ਕਿ ਜਿਹਦੇ 'ਚ ਤੁਹਾਨੂੰ ਵਿਜ਼ਨ ਲੱਗਦਾ ਹੋਵੇ ਕਿ ਮਹਿੰਗਾਈ ਕਿਵੇਂ ਕੰਟਰੋਲ ਹੋਏਗੀ, ਇਹਦੇ ਬਾਰੇ ਬਜਟ ਹੈ ਜਿਹੜਾ ਚੁੱਪ ਹੈਗਾ। ਇਸ ਕਿਸਮ ਦੀਆਂ ਸਾਨੂੰ ਮੋਟੇ ਤੌਰ ਤੇ ਜਿਹੜੀਆਂ ਚੀਜ਼ਾਂ ਧਿਆਨ ਚਾਹੀਆਂ ਨੇ। ਚਰਨਜੀਤ ਜੀ, ਤੁਸੀਂ ਦੱਸਿਆ ਸਿਹਤ, ਸਿੱਖਿਆ, ਹੋਰ ਪ੍ਰਧਾਨ ਮੰਤਰੀ ਆਵਾਸ ਯੋਜਨਾ, ਗਰੀਬ ਕਲਿਆਣ ਯੋਜਨਾ, ਇਹਨਾਂ ਚੀਜ਼ਾਂ ਬਾਰੇ ਤਾਂ ਸਾਰਿਆਂ ਦੇ ਜ਼ਿਕਰ ਕੀਤਾ। ਜੇ ਗੱਲ ਕਰੀਏ ਵਿਸ਼ੇਸ਼ ਤੌਰ ਤੇ ਖੇਤੀਬਾੜੀ ਖੇਤਰ ਦੀ, ਤਾਂ ਇਸ ਬਜਟ 'ਚ ਖੇਤੀਬਾੜੀ ਖੇਤਰ ਲਈ ਕਿਹੋ ਜਿਹੇ ਮਤਲਬ ਜਿਹੜਾ ਹੈਗਾ ਫੰਡਸ ਰੱਖੇ ਗਏ ਆ, ਖੇਤੀਬਾੜੀ ਖੇਤਰ ਨੂੰ ਕੀ ਕੁਝ ਉਮੀਦ ਹੈ? ਦੇਖੋ, ਇੰਡੀਆ ਦਾ ਜਿਹੜਾ ਐਗਰੀਕਲਚਰ ਸੈਕਟਰ ਹੈ, ਜਦੋਂ ਅਸੀਂ ਕੋਵਿਡ ਮਹਾਮਾਰੀ ਦੀ ਗੱਲ ਕਰਦੇ ਹੁੰਦੇ ਸੀ ਤਾਂ ਸਾਰੇ ਸੈਕਟਰ ਹੈ ਜਿਹੜੇ ਡਾਊਨ ਚਲੇ ਗਏ ਸੀ। ਬਿਲਕੁਲ, ਇਕੱਲਾ ਐਗਰੀਕਲਚਰ ਸੈਕਟਰ ਸੀ ਕਿ ਜਿਹੜਾ ਅੱਪ ਗਿਆ ਸੀ। ਔਰ ਅੱਜ ਵੀ ਅਸੀਂ ਜੇ ਗਰੀਬਾਂ ਨੂੰ 80 ਕਰੋੜ ਨੂੰ ਅਨਾਜ ਦਿੱਤਾ, ਸਾਡੇ ਜੇ ਗੋਦਾਮ ਭਰੇ ਹੋਏ ਸੀ ਤਾਂ ਹੀ ਅਸੀਂ ਅਨਾਜ ਦੇ ਉਹਦੇ ਵਿੱਚ ਵੱਡਾ ਮੇਜਰ ਕੰਟਰੀਬਿਊਟਰ ਹੈ ਜਿਹੜਾ ਉਹ ਪੰਜਾਬ ਬਣਿਆ। ਪਰ ਇਹ ਗੱਲ ਸਮਝ ਨਹੀਂ ਆ ਰਹੀ ਕਿ ਇਸ ਬਜਟ ਦੇ ਵਿੱਚ ਜਿਹੜਾ ਖੇਤੀ ਸੈਕਟਰ ਹੈ ਉਹ ਟੋਟਲੀ ਇਗਨੋਰ ਕਿਉਂ ਕੀਤਾ ਗਿਆ ਹੈਗਾ। ਜਾਂ ਤਾਂ ਦੇਖੋ ਇਹ ਗੱਲ ਹੋ ਸਕਦੀ ਹੈ ਕਿ ਅਗਲੇ ਬਾਰੇ ਜਿਹੜਾ ਬਜਟ ਆਏਗਾ ਉਹ ਐਨ ਚੋਣਾਂ ਤੋਂ ਪਹਿਲਾਂ ਆਉਣਾ ਹੈਗਾ। ਹੋ ਸਕਦਾ ਹੈ ਕਿਉਂਕਿ ਕਿਸਾਨਾਂ ਲਈ ਇੱਕ ਵੱਖਰੇ ਤੌਰ ਤੇ ਕੋਈ ਪੈਕੇਜ ਹੈ ਉਹ ਸਰਕਾਰ ਸੋਚ ਰਹੀ ਹੋਵੇ, ਪਰ ਜਿਹੜੀ ਸੰਕਟ ਅੱਜ ਬਣਿਆ ਹੋਇਆ ਇਹਦਾ ਮਤਲਬ ਹੈ ਕਿ ਉਹਨੂੰ ਸੰਕਟ ਹੋਰ ਵਧੇਗਾ ਸਾਲ ਤੱਕ। ਜ਼ਖਮਾਂ ਨੂੰ ਤਾਂ ਅੱਜ ਠੀਕ ਕਰਨ ਦੀ ਲੋੜ ਹੈ, ਇਹਦਾ ਮਤਲਬ ਸਾਲ ਬਾਅਦ ਤੁਸੀਂ ਦਵਾਈ ਦਾ ਇੰਤਜ਼ਾਮ ਕਰ ਰਹੇ ਹੈਗੇ। ਬਿਲਕੁਲ, ਤਾਂ ਇਹ ਕਿਉਂਕਿ ਕਈ ਗੱਲਾਂ ਤੁਹਾਨੂੰ ਨਜ਼ਰ ਪੈ, ਜਿਵੇਂ MSP ਹੈ, MSP ਤੇ ਪਿੱਛੇ ਤੋਂ ਖੇਤੀ ਅੰਦੋਲਨ ਚੱਲਿਆ ਹੈ, ਉਸ ਤੇ ਕਮੇਟੀ ਤਾਂ ਬਣਾ ਦਿੱਤੀ ਗਈ ਸੀ, ਪਰ ਫਸਲਾਂ ਜੇ ਸਾਰੀਆਂ ਫਸਲਾਂ ਨੂੰ ਅਸੀਂ ਖਰੀਦ ਕਰਨਾ ਹੈ MSP ਤੇ, ਉਹਦੇ ਬਾਰੇ ਕੋਈ ਜ਼ਿਕਰ ਨਹੀਂ ਹੋਇਆ। ਜਿਸ ਤਰ੍ਹਾਂ ਕਹਿੰਦੇ ਕਿ 2022 ਤੱਕ ਕਿਸਾਨਾਂ ਦੀ ਜਿਹੜੀ ਇਨਕਮ ਹੈ ਉਹ ਡਬਲ ਕਰ ਦਿੱਤੀ ਜਾਏਗੀ, ਉਹਦਾ ਵੀ ਕਿਤੇ ਕੋਈ ਜ਼ਿਕਰ ਨਹੀਂ ਕੀਤਾ। ਇਸ ਤਰ੍ਹਾਂ ਇੱਕ ਪਹਿਲਾਂ ਇਹ ਕਿਆਸ ਕੀਤਾ ਜਾ ਰਿਹਾ ਸੀ ਕਿ ਜਿਹੜੀ ਕਿਸਾਨ ਨਿਧੀ ਯੋਜਨਾ ਹੈ ਜਿਹਦੇ ਤਹਿਤ ਕਿਸਾਨਾਂ ਨੂੰ 6000 ਰੁਪਇਆ ਪ੍ਰਤੀ ਸਾਲ ਹੈ ਜਿਹੜਾ ਉਹ ਦਿੱਤਾ ਜਾਂਦਾ ਹੈ, ਉਹ 'ਚ ਪਹਿਲਾਂ ਇਹ ਚਰਚਾ ਚੱਲ ਰਹੀ ਸੀ ਕਿ ਸ਼ਾਇਦ 8000 ਕਰੋੜ ਕਰ ਦੇਣ, ਪਰ ਪਤਾ ਲੱਗਦਾ ਕਿ ਅਗਲੇ ਬਜਟ 'ਚ ਹੋ ਸਕਦਾ ਕਿ ਇਸ ਕਿਸਮ ਦਾ ਸਾਨੂੰ ਦੇਖਣ ਨੂੰ ਮਿਲੇ। ਇਸ ਤਰ੍ਹਾਂ ਕ੍ਰੌਪ ਡਾਈਵਰਸੀਫਿਕੇਸ਼ਨ ਹੈ, ਕਿਉਂਕਿ ਕੋਈ ਵੀ ਸਟੇਟ ਕੋਲੇ ਆਪਣੇ ਇੰਨੇ ਰਿਸੋਰਸਿਸ ਹੈ ਨਹੀਂ ਕਿ ਕ੍ਰੌਪ ਡਾਈਵਰਸੀਫਿਕੇਸ਼ਨ ਕਰ ਸਕੇ, ਜਾਂ ਇਰੀਗੇਸ਼ਨ ਦੇ ਕੋਈ ਇੱਦਾਂ ਦੇ ਪ੍ਰੋਜੈਕਟ ਹੈ ਜਿਹੜੇ ਉਹ ਅਨਾਊਂਸ ਨਹੀਂ ਕੀਤੇ ਗਏ। ਤਾਂ ਇਹ ਤੋਂ ਵੀ ਲੱਗਦਾ ਹੈਗਾ ਕਿ ਐਗਰੀਕਲਚਰ ਸੈਕਟਰ ਨੂੰ ਪੂਰੀ ਤਰ੍ਹਾਂ ਜਿਹੜਾ ਇਗਨੋਰ, ਖਾਸ ਕਰਕੇ ਜਿਹੜੀ ਛੋਟੀ ਕਿਸਾਨੀ ਹੈ, ਜਿਵੇਂ ਆਪਾਂ ਕਹਿੰਦੇ ਨੇ ਕਿ ਪੰਜਾਬ ਹੋਇਆ, ਆਂਧਰਾ ਹੋਇਆ, ਤੇਲੰਗਾਨਾ ਹੋਇਆ, ਕੁਝ ਸੂਬੇ ਨੇ ਜਿਹੜੇ ਬੁਰੀ ਤਰ੍ਹਾਂ ਜਿਹੜੇ ਕਿਸਾਨ ਹੈ ਜਿੱਥੋਂ ਦੇ ਉਹ ਕਰਜ਼ੇ ਦੇ ਦਲਦਲ ਦੇ ਵਿੱਚ ਤਸੇ ਹੋਏ ਨੇ। ਬਿਲਕੁਲ, ਉਹਨਾਂ ਦੇ ਇਲਾਜ ਲਈ ਕੋਈ ਕੁਛ ਨਹੀਂ ਕੀਤਾ ਗਿਆ। ਕੱਲਾ ਕਰਨਾਟਕਾ ਹੈ ਜਿੱਥੇ 5300 ਕਰੋੜ ਰੁਪਏ ਦਾ ਜਿਹੜਾ ਇਰੀਗੇਸ਼ਨ ਦਾ ਜਿਹੜਾ ਪ੍ਰੋਜੈਕਟ ਹੈ ਜਿਹੜਾ ਉਹ ਐਲਾਨ ਕੀਤਾ ਗਿਆ ਹੈਗਾ। ਇਸ ਤਰ੍ਹਾਂ ਜਿਹੜੇ
ਐਗਰੀਕਲਚਰ 'ਚ ਕੁਝ ਫੈਸਲੇ ਜਿਹੜੇ ਲਏ ਗਏ ਨੇ ਉਹਨਾਂ 'ਚ ਮੇਨ ਤੌਰ ਤੇ ਕੁਦਰਤੀ ਖੇਤੀ ਦੀ ਗੱਲ ਕੀਤੀ ਗਈ ਹੈ ਕਿ ਅਸੀਂ ਟਾਰਗੇਟ ਫਿਕਸ ਕੀਤਾ ਗਿਆ ਕਿ 1 ਲੱਖ ਕਿਸਾਨਾਂ ਨੂੰ ਜਿਹੜੇ 1 ਕਰੋੜ ਕਿਸਾਨਾਂ ਨੂੰ ਜੀ ਜਿਹੜਾ ਕੁਦਰਤੀ ਖੇਤੀ ਦੇ ਅਧੀਨ ਲੈ ਕੇ ਆਵਾਂਗੇ। ਉਹਦੇ ਲਈ ਵੀ ਕੋਈ ਅਦਲ ਮੰਨ ਲਓ ਅੱਜ ਕਿਸਾਨ ਇੱਕ ਜਿਹੜਾ ਅਚਾਨਕ ਕਣਕ ਝੋਨੇ ਦੇ ਗੇੜ 'ਚ ਕੁਦਰਤੀ ਖੇਤੀ ਵਾਲੇ ਪਾਸੇ ਪੈਂਦਾ ਹੈਗਾ ਤਾਂ ਉਹਦੀ ਜਿਹੜੀ ਇਨਕਮ ਹੈ ਜਿਹੜੀ ਉਹ ਵੀ ਲੈਸ ਹੋਏਗੀ ਜੀ ਬਿਲਕੁਲ, ਕਿਉਂਕਿ ਉਹਦਾ ਯੀਲਡ ਵੀ ਘਟੇਗੀ। ਜਦੋਂ ਕੋਈ ਚੀਜ਼ ਰੇ ਸਪਰੇ ਖਾਦ ਜਿਹੜੀ ਨਹੀਂ ਪਾਏਗਾ ਤਾਂ ਜਿਹੜੀ ਇਨਕਮ ਘਟੇਗੀ ਉਹਦੀ ਭਰਪਾਈ ਕਿੱਦਾਂ ਕਰਨੀ ਹੈ ਇਸ ਬਾਰੇ ਵੀ ਕੋਈ ਕਿਸੇ ਕਿਸਮ ਦੀ ਕੋਈ ਡਿਟੇਲਸ ਆ ਜਿਹੜੀਆਂ ਨਹੀਂ ਦਿੱਤੀਆਂ ਗਈਆਂ। ਇਸ ਤਰ੍ਹਾਂ ਕਿਸਾਨਾਂ ਨੂੰ ਜਿਹੜਾ ਕਰਜ਼ਾ ਦਿੱਤਾ ਜਾਂਦਾ ਹੈ ਉਹਦਾ ਜਿਹੜਾ ਟੀਚਾ ਪਿਛਲੇ ਸਾਲ 18 ਲੱਖ ਕਰੋੜ ਦਾ ਸੀ ਉਹਦੇ ਵਿੱਚ 2 ਲੱਖ ਕਰੋੜ ਦਾ ਜਿਹੜਾ ਇਜ਼ਾਫਾ ਕੀਤਾ ਗਿਆ, 20 ਲੱਖ ਕਰੋੜ ਕੀਤਾ ਗਿਆ। ਇਸ ਤਰ੍ਹਾਂ ਮੋਟੇ ਅਨਾਜ ਬਾਰੇ ਵੀ ਫੈਸਲੇ ਲਏ ਗਏ ਨੇ, ਜਿਵੇਂ ਆਪਣੇ ਪੰਜਾਬ ਦੇ ਵਿੱਚ ਕਾਟਨ ਬੈਲਟ ਹੈਗੀ ਹੈ, ਕਾਟਨ ਬੈਲਟ ਦੇ ਐਂਗਲ ਤੋਂ ਇਹਨਾਂ ਨੇ ਕਿਹਾ ਕਿ ਜਿਹੜੀ ਐਕਸਟਰਾ ਲੌਂਗ ਸਟੈਪਲ ਜਿਹੜੀ ਲੰਬੇ ਰੇਸ਼ੇ ਦੀ ਜਿਹੜੀ ਕਾਟਨ ਹੈ ਸਾਡੇ ਜਿਹੜਾ ਹੈਗਾ ਉਹ ਸ਼ਾਰਟ ਐਂਡ ਮੀਡੀਅਮ ਸਟੈਪਲ ਜਿਹੜੀ ਕਾਟਨ ਹੁੰਦੀ ਹੈਗੀ ਹੈ ਉਹ ਕਹਿੰਦੇ ਕਿ ਅਸੀਂ ਇੰਟਰਨੈਸ਼ਨਲ ਮਾਰਕੀਟ ਦੀ ਤਰ੍ਹਾਂ ਜਿਵੇਂ ਹੁਣ ਬਾਕੀ ਮੁਲਕਾਂ ਦੇ ਵਿੱਚ ਹੁੰਦਾ ਕਿ ਐਕਸਟਰਾ ਲੌਂਗ ਸਟੈਪਲ ਹੈ ਜਿਹੜਾ ਉਹਨੂੰ ਪ੍ਰਮੋਟ ਕਰਨ ਲਈ ਪੀਪੀ ਮੋਡ ਦੇ ਵਿੱਚ ਕੋਈ ਸੈਂਟਰ ਜਿਹੜੇ ਖੋਲ੍ਹੇ ਜਾਣੇ ਹੈਗੇ। ਪਰ ਜਦੋਂ ਅਸੀਂ ਕਹਿੰਦੇ ਕਿ ਐਗਰੀਕਲਚਰ ਰਿਸਰਚ ਦੀ ਗੱਲ ਕਰਦੇ ਹਾਂ ਜਾਂ ਸਾਡੀਆਂ ਜਿੰਨੀਆਂ ਯੂਨੀਵਰਸਿਟੀਆਂ ਹੈਗੀਆਂ ਨੇ ਐਗਰੀਕਲਚਰ ਦੀਆਂ ਉਹਨਾਂ ਨੂੰ ਪ੍ਰਮੋਟ ਕਰਨ ਦੇ ਲਈ ਨਵੇਂ ਪ੍ਰੋਗਰਾਮ ਸ਼ੁਰੂ ਕਰਨ ਦੇ ਲਈ ਉਹ ਸਾਡੇ ਧਿਆਨ ਦੇ ਘੱਟੋ ਘੱਟ ਜਿਹੜੀ ਜੇ ਵਿੱਤ ਮੰਤਰੀ ਦੀ ਸਪੀਚ ਹੈ ਉਹਦੇ ਵਿੱਚ ਇਸ ਕਿਸਮ ਦਾ ਕੋਈ ਸਾਡੇ ਧਿਆਨ 'ਚ ਨਹੀਂ ਆਇਆ। ਇਹ ਠੀਕ ਹੈ ਕਿ ਹਾਰਟੀਕਲਚਰ ਦੇ ਲਈ ਵੀ 2200 ਕਰੋੜ ਰੁਪਈਆ ਜਿਹੜਾ ਉਹ ਰੱਖਿਆ ਗਿਆ। ਸੋ ਐਗਰੀਕਲਚਰ ਸੈਕਟਰ ਖਾਸ ਕਰਕੇ ਛੋਟੀ ਕਿਸਾਨੀ ਔਰ ਦਰਮਿਆਨੀ ਕਿਸਾਨੀ ਜਿਸ ਕਿਸਮ ਦੇ ਸੰਕਟ ਵਿੱਚੋਂ ਦੀ ਗੁਜ਼ਰ ਰਹੀ ਹੈ, ਹਾਲਾਂਕਿ ਪਤਾ ਹੈ ਕਿ ਕਿਸਾਨ ਹੈ ਜਿਹੜਾ ਉਹ ਦੇਸ਼ ਨੂੰ ਇਸ ਗੰਭੀਰ ਸੰਕਟ ਦੇ ਵਿੱਚੋਂ ਕੱਢਣ 'ਚ ਵੱਡਾ ਰੋਲ ਪਲੇ ਕਰ ਰਿਹਾ ਹੈਗਾ। ਜੀ ਬਿਲਕੁਲ, ਜਿਵੇਂ ਇਸ ਵਾਰ ਵੀਟ ਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਚੰਗੀ ਦੱਸੀ ਜਾ ਰਹੀ ਹੈ। ਜੇ ਮੌਸਮ ਠੀਕ ਰਿਹਾ ਫਸਲ ਦੇ ਕੱਟਣ ਤੱਕ ਤਾਂ ਇਤਕੀ ਅੱਛਾ ਜਿਹੜਾ ਪ੍ਰੋਡਕਸ਼ਨ ਹੈ ਜਿਹੜੀ ਕਾਟਨ ਦੀ ਹੋਏਗੀ। ਕਿਸਾਨ ਤਾਂ ਦੇਖੋ ਆਪਾਂ ਜਿਵੇਂ ਪੰਜਾਬ ਦੀ ਅਕਸਰ ਗੱਲ ਕਰਦੇ ਹਾਂ ਕਿ ਅਸੀਂ ਸਾਰਾ ਕੁਝ ਦਾਅ ਤੇ ਲਾ ਕੇ ਸੈਂਟਰਲੀ ਅਸੀਂ ਇੰਨਾ ਕੁਝ ਕੰਟਰੀਬਿਊਟ ਕਰਦੇ ਹੈਗੇ ਹਾਂ, ਪਰ ਕਿਸਾਨ ਹੈ ਜਿਹੜਾ ਬਜਟ ਦੇ ਵਿੱਚੋਂ ਇਤਕੀ ਪਹਿਲੀ ਵਾਰ ਇਸ ਤਰੀਕੇ ਨਾਲ ਔਰ ਇੰਨੀ ਵੱਡੀ ਪੱਧਰ ਤੇ ਇਗਨੋਰ ਹੋਇਆ। ਜੀ ਚਰਨਜੀਤ ਜੀ, ਜੇ ਗੱਲ ਕਰੀਏ ਤਾਂ ਇਸ ਬਜਟ ਦੇ ਵਿੱਚੋਂ ਪੰਜਾਬ ਨੂੰ ਵੀ ਬਹੁਤ ਆਸ ਸੀ ਕਿਉਂਕਿ ਪੰਜਾਬ ਨੂੰ ਕੁਝ ਨਾ ਕੁਝ ਵਿਸ਼ੇਸ਼ ਪੈਕੇਜ ਮਿਲ ਸਕਦਾ ਹੈ ਜਾਂ ਕੋਈ ਵਿਸ਼ੇਸ਼ ਪੰਜਾਬ ਲਈ ਐਲਾਨ ਹੋ ਸਕਦਾ ਹੈ। ਜੇ ਬਜਟ ਤੇ ਨਜ਼ਰ ਮਾਰਦੇ ਹਾਂ ਤਾਂ ਪੰਜਾਬ ਲਈ ਕੋਈ ਇਸ ਤਰ੍ਹਾਂ ਦਾ ਜਿਹੜਾ ਹੈਗਾ ਮਿਲਦਾ ਦਿਖਾਈ ਨਹੀਂ ਦਿੱਤਾ, ਪੰਜਾਬ ਦੇ ਪੱਲੇ ਵੀ ਕੁਝ ਨਹੀਂ ਪਿਆ। ਇਸ ਨੂੰ ਕਿਵੇਂ ਦੇਖੋਗੇ? ਪਹਿਲਾਂ ਸਾਨੂੰ ਕੇਂਦਰੀ ਬਜਟ ਵਿੱਚੋਂ ਬਣਦਾ ਹਿੱਸਾ ਹੈਗਾ ਨਾ ਤਕਰੀਬਨ ਕੋਈ ਨਾ ਕਿਸੇ ਰੂਪ ਦੇ ਵਿੱਚ ਮਿਲਦਾ ਰਿਹਾ ਜੀ, ਚਾਹੇ ਉਹ ਯੂਪੀਏ ਦੀ ਸਰਕਾਰ ਵੇਲੇ ਦਾ ਗੱਲ ਕਰੀਏ ਚਾਹੇ ਆਪਾਂ ਹੁਣ ਮੌਜੂਦਾ ਭਾਜਪਾ ਹਕੂਮਤ ਦੀ ਗੱਲ ਕਰੀਏ। ਪਹਿਲੀ ਦਫਾ ਹੈ ਕਿ ਇਸ ਕਿਸਮ ਦਾ ਸਾਨੂੰ ਕੋਈ ਮੋਟੇ ਤੌਰ ਤੇ ਕੋਈ ਐਲਾਨ ਹੈ ਜਿਹੜਾ ਉਹ ਅੱਜ ਉਹਨਾਂ ਦੀ ਸਪੀਚ ਦੇ ਵਿੱਚ ਜਾਂ ਜਿਹੜੀ ਉਹਨਾਂ ਨੇ ਬਜਟ ਦੇ ਫੀਚਰਸ ਹੈ ਉਹਦੇ ਵਿੱਚ ਸਾਨੂੰ ਦੇਖਣ ਨੂੰ ਨਹੀਂ ਮਿਲ ਰਿਹਾ। ਹਾਲਾਂਕਿ ਸਾਡੇ ਜਿਹੜੇ ਵਿੱਤ ਮੰਤਰੀ ਹੈ ਹਰਪਾਲ ਸਿੰਘ ਚੀਮਾ ਇਹ ਪਿੱਛੇ ਜਿਹੜੀ ਪ੍ਰੀ ਬਜਟ ਮੀਟਿੰਗਾਂ ਹੁੰਦੀਆਂ ਉਹਨਾਂ ਦੇ ਵਿੱਚ ਇਹਨਾਂ ਨੇ ਪਾਰਟੀਸਪੇਟ ਕੀਤਾ ਸੀ। ਇਹਨਾਂ ਨੇ ਪੰਜਾਬ ਦੇ ਜਿਹੜੀਆਂ ਡਿਮਾਂਡਸ ਹੈਗੀਆਂ ਨੇ ਉਹਨਾਂ ਦਾ ਇੱਕ ਚਾਰਟਰ ਤਿਆਰ ਕਰਕੇ ਨਿਰਮਲਾ ਸੀਤਾਰਮਨ ਨੂੰ ਦਿੱਤਾ ਸੀ ਔਰ ਸਾਰਿਆਂ ਨੂੰ ਖਾਸ ਕਰਕੇ ਸਰਕਾਰ ਨੂੰ ਵੀ ਲੱਗਦਾ ਹੋਏਗਾ ਔਰ ਆਮ ਲੋਕਾਂ ਨੂੰ ਵੀ ਲੱਗਦਾ ਸੀ ਕਿ ਪੰਜਾਬ ਲਈ ਨਵੀਂ ਸਰਕਾਰ, ਕਿਉਂਕਿ ਖਾਸ ਕਰਕੇ ਭਾਜਪਾ ਹਕੂਮਤ ਜਿਸ ਤਰ੍ਹਾਂ ਉਹ ਇੱਕ ਸਿੱਖ ਕਮਿਊਨਿਟੀ ਦੇ ਨੇੜੇ ਲੱਗਣਾ ਚਾਹੁੰਦੀ ਹੈ, ਉਹਨਾਂ ਦੇ ਮਨਾਂ ਦੇ ਵਿੱਚ ਜਿਹੜੀ ਦੂਰੀਆਂ ਬਣੀਆਂ ਉਹਨਾਂ ਨੂੰ ਦੂਰ ਕਰਨਾ ਚਾਹੁੰਦੀ ਹੈ ਔਰ ਪੰਜਾਬ ਨੂੰ ਫੋਕਸ ਵੀ ਕਰ ਰਹੀ ਹੈ। ਜਾਂ ਆਪਾਂ ਇਹ ਕਹਿ ਲਈਏ ਕਿ ਆਪਾਂ ਨੂੰ ਇਹ ਲੱਗਦਾ ਸੀ ਕਿ ਸਾਡੀ ਬਾਰਡਰ ਸਟੇਟ ਹੈਗੀ ਹੈ ਤਾਂ ਸਾਨੂੰ ਕੋਈ ਸਪੈਸ਼ਲ ਬਜਟ ਦੇ ਵਿੱਚ ਕੋਈ ਪ੍ਰੋਵੀਜ਼ਨ ਕੀਤੀ ਜਾਏਗੀ, ਪਰ ਇਸ ਕਿਸਮ ਦਾ ਸਾਡੇ ਸਾਹਮਣੇ ਕੋਈ ਨਹੀਂ ਆਇਆ। ਹਾਲਾਂਕਿ ਹਰਪਾਲ ਸਿੰਘ ਚੀਮਾ ਹੋਰਾਂ ਨੇ ਜਿਹੜੇ ਬਾਰਡਰ ਡਿਸਟ੍ਰਿਕਟ ਹੈ ਸਾਡੇ ਉਹਨਾਂ ਲਈ ਜਿਹੜਾ ਸਪੈਸ਼ਲ ਪੈਕੇਜ ਹੈ ਜਿਹੜੀ ਉਹਦੀ ਮੰਗ ਕੀਤੀ ਸੀ। ਇਸ ਤਰ੍ਹਾਂ ਜਦੋਂ ਵੀ ਇੰਟਰਨੈਸ਼ਨਲ ਬਾਰਡਰ ਤੋਂ ਨਸ਼ੇ ਆ ਰਹੇ ਹੈ, ਡਰੋਨ ਦੀ ਵਰਤੋਂ ਹੋਣੀ ਸ਼ੁਰੂ ਹੋਈ ਹੈ, ਉਹਦੇ ਮੱਦੇਨਜ਼ਰ ਉਹਨਾਂ ਨੂੰ ਇਹ ਵੀ ਲੱਗਦਾ ਸੀ ਕਿ ਜਿਹੜੀ ਪੁਲਿਸ ਮਾਡਰਨਾਈਜੇਸ਼ਨ ਸਕੀਮ ਦੇ ਤਹਿਤ ਫੰਡ ਦੇਣ ਪੰਜਾਬ ਨੂੰ ਸਪੈਸ਼ਲ ਤੌਰ ਤੇ ਦਿੱਤਾ ਜਾਵੇ, ਉਹਦੇ ਵੀ ਕੋਈ ਤੱਥ ਅੱਜ ਸਪੀਚ ਦੇ ਵਿੱਚ ਜਿਹੜੇ ਸਾਹਮਣੇ ਹੈ ਉਸ ਕਿਸਮ ਦੇ ਨਹੀਂ ਆਏ। ਇਸ ਤਰ੍ਹਾਂ ਕੁਝ ਟ੍ਰੇਨਾਂ ਦੀ ਮੰਗ ਕੀਤੀ ਸੀ, ਉਹਨਾਂ ਨੇ ਕਿਹਾ ਸੀ ਕਿ ਦਿੱਲੀ ਤੋਂ ਅੰਮ੍ਰਿਤਸਰ ਵਾਸਤੇ ਔਰ ਦਿੱਲੀ ਤੋਂ ਬਠਿੰਡੇ ਵਾਸਤੇ ਜਾਂ ਆਪਾਂ ਕਹਿ ਲਈਏ ਕਿ ਰਾਜਪੁਰੇ ਤੋਂ ਚੰਡੀਗੜ੍ਹ ਨਵਾਂ ਰੇਲ ਟਰੈਕ ਬਣਾਉਣ ਦੀ ਗੱਲ ਕੀਤੀ ਗਈ ਸੀ। ਤਾਂ ਇਹਦੇ ਵਿੱਚ ਵੀ ਕੋਈ ਕਿਸੇ ਕਿਸਮ ਦਾ ਕੋਈ ਬਜਟ ਦੇ ਵਿੱਚ ਜਾਂ ਉਹਨਾਂ ਦੀ ਸਪੀਚ ਦੇ ਵਿੱਚ ਅੱਜ ਇੱਦਾਂ ਦੀ ਧਿਆਨ ਨਹੀਂ ਆਇਆ ਜਿਹਦੇ ਵਿੱਚ ਅਸੀਂ ਕਹਿ ਸਕਦੇ। ਉਲਟਾ ਹੋ ਕੀ ਰਿਹਾ ਹੈਗਾ ਕਿ ਸਾਡੇ ਜਿਹੜੇ ਬਣਦੇ ਹੱਕ ਹੈਗੇ ਨੇ, ਜਿਵੇਂ RDF ਦਾ 2800 ਕਰੋੜ ਰੁਪਇਆ ਸਾਡਾ ਰੁਕਿਆ ਪਿਆ ਕਿਉਂਕਿ ਸਾਡੀ ਸਟੇਟ ਦੀ ਸਥਿਤੀ ਹੈ ਜਿਹੜੀ ਉਹ ਕਾਫੀ ਖਸਤਾ ਹਾਲ ਹੈ ਇਸ ਵੇਲੇ, ਕਿਉਂਕਿ ਪੌਣੇ 3 ਲੱਖ ਕਰੋੜ ਦਾ ਕਰਜ਼ ਤਾਂ ਪਹਿਲਾਂ ਹੀ ਚੜ੍ਹਿਆ ਹੋਇਆ ਸੀ ਔਰ ਕਰਜ਼ੇ ਦਾ ਦੌਰ ਅਜੇ ਵੀ ਜਿਹੜਾ ਜਾਰੀ ਹੈਗਾ ਇੱਕ ਤਰੀਕੇ ਨਾਲ। ਤਾਂ ਸਾਨੂੰ ਤਾਂ ਲੋੜ ਹੈਗੇ ਕਿ ਸੈਂਟਰ ਸਾਡੀ ਬਾਂਹ ਫੜੇ, ਸੈਂਟਰ ਥੋੜ੍ਹਾ ਬਹੁਤਾ ਕਰੇ। ਪਹਿਲਾਂ ਤਾਂ ਸਾਡਾ ਚੱਲ ਰਿਹਾ ਸੀ ਕਿ ਸਾਨੂੰ GST ਕੰਪਨਸੇਸ਼ਨ ਹੈ ਜਿਹੜਾ ਜੂਨ ਤੱਕ 2022 ਤੱਕ ਉਹ ਮਿਲਦਾ ਰਿਹਾ ਸੀ 5 ਸਾਲ ਦੇ ਵਿੱਚ। ਤਾਂ ਚਾਹੀਦਾ ਸੀ ਕਿ ਉਸ ਟਾਈਮ ਦੀਆਂ ਹੁਕੂਮਤਾਂ ਉਹ 5 ਸਾਲ ਕੰਪਨਸੇਸ਼ਨ ਕਿਉਂ ਦਿੱਤਾ ਸੀ ਕਿ ਉਹਨੇ ਟਾਈਮ 'ਚ ਤੁਸੀਂ ਆਪਣੇ ਰਿਸੋਰਸਿਸ ਹੈ ਜਿਹੜੇ ਅਲਟਰਨੇਟਿਵ ਉਹਨਾਂ ਨੂੰ ਖੜੇ ਕਰ ਸਕੋ, ਪਰ ਸਰਕਾਰਾਂ ਨੇ ਕਿਸੇ ਨੇ ਕੁਝ ਕੀਤਾ ਹੀ ਨਹੀਂ। ਇਸ ਕਰਕੇ ਅਚਾਨਕ ਜਿਹੜੀ ਉਹ ਕੰਟਰੀਬਿਊਸ਼ਨ ਸੀ ਸਾਡੀ ਉਹ ਵੀ ਬੰਦ ਹੋ ਜਾਣੀ ਹੈ ਔਰ ਸਰਕਾਰ
ਫਾਈਨੈਂਸ਼ੀਅਲ ਐਂਗਲ ਤੋਂ ਕਾਫੀ ਜਿਹੜੇ ਮਾੜੇ ਦਿਨਾਂ ਵਿੱਚ ਦੀ ਗੁਜ਼ਰ ਰਿਹਾ ਹੈ। ਇਸ ਕਰਕੇ ਹੋਰ ਲੋੜ ਬਣ ਜਾਂਦੀ ਸਾਨੂੰ ਕਿ ਕੇਂਦਰੀ ਬਜਟ ਦੇ ਵਿੱਚ ਸਾਨੂੰ ਕੋਈ ਨਾ ਕੋਈ ਜਿਹੜਾ ਹਿੱਸਾ ਜਾਂ ਜਿਹੜੀ ਆਰਥਿਕ ਮਦਦ ਹੈ ਉਹ ਮਿਲਦੀ। ਜਿਸ ਤਰ੍ਹਾਂ ਅਸੀਂ ਹੋਪ ਕਰ ਰਹੇ ਸੀ, ਸਾਨੂੰ ਉਮੀਦ ਸੀ ਕਿ ਗਵਰਨਮੈਂਟ ਦੇਗੀ, ਉਹਨਾਂ ਦੇ ਉਮੀਦਾਂ ਦੇ ਮੁਤਾਬਕ ਹੈ ਜਿਹੜਾ ਉਹਨਾਂ ਨੇ ਪੰਜਾਬ 'ਤੇ ਧਿਆਨ ਤਾਂ ਕੀ ਦੇਣਾ ਸੀ, ਬਲਕਿ ਕੇਂਦਰੀ ਬਜਟ ਇੱਕ ਤਰੀਕੇ ਨਾਲ ਪੰਜਾਬ ਨੂੰ ਪੂਰੀ ਤਰ੍ਹਾਂ ਆਊਟ ਹੀ ਕਰ ਦਿੱਤਾ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਮੁੜ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।